ਐਕਸਪ੍ਰੈਸ ਐਂਟਰੀ ਦੇ ਵਿੱਚ ਤਿਆਰ ਹੋ ਜਾਓ, ਚੇਂਜਸ ਹੋਣ ਵਾਲੇ ਨੇ। PR ਤੋਂ PR ਵਾਲਾ ਜਿਹੜਾ ਕੰਮ ਸੀ ਉਹ ਤਾਂ ਹੁਣ ਖਤਮ ਹੀ ਹੈ, ਫਿਰ ਲੋਕ ਕਿੱਥੇ ਜਾਣਗੇ ਇੰਨੀ ਵੱਡੀ ਗਿਣਤੀ 'ਚ? We are going to see a real shake-up of immigration in terms of ਪਿਛਲੇ 7 ਸਾਲ ਵਿੱਚ ਕੀ ਸਿਸਟਮ ਸੀ and next ਜੋ 7 ਸਾਲ ਹੋਗਾ ਉੱਥੇ ਕੀ ਸਿਸਟਮ ਹੋ ਸਕਦੇ ਆ। ਜੇ 2020 ਚ ਐਪਲੀਕੇਸ਼ਨ ਪਾਈ ਹੁੰਦੀ ਪਰ ਉਦੋਂ ਇਨਕਮ ਹੈ ਨਹੀਂ ਸੀ, ਹੁਣ ਇਨਕਮ ਹੈਗੀ ਆ ਤਾਂ ਹੁਣ ਉਹ ਪੂਲ ਹੀ ਨਹੀਂ ਚੱਕ ਰਹੇ, ਉਹ ਖਤਮ ਹੀ ਨਹੀਂ ਹੋ ਰਿਹਾ ਪੂਲ। Exactly. Even in work permits, right? 180 days, ਅੱਧਾ ਸਾਲ ਦਾ processing time ਚੱਲ ਰਿਹਾ for work permits. ਸੋ ਇੱਕ ਬੰਦੇ ਨੂੰ ਭੇਜਣ ਲਈ 2 ਅਫਸਰਾਂ ਨੇ ਨਾਲ ਜਾਣਾ ਹੈ, 431 ਬੰਦੇ ਜੇਲ੍ਹਾਂ 'ਚ ਬੈਠੇ ਨੇ, ਜੇ ਉਹਨਾਂ ਨੂੰ ਇੱਕ ਵੀ ਰੋਜ਼ ਭੇਜਣਾ ਹੋਵੇ ਤਾਂ $4500 ਮਿਨੀਮਮ ਜਿਹੜਾ ਖਰਚਣਾ ਹੀ ਪੈਣਾ ਹੈ ਇੱਕ ਬੰਦੇ ਦੇ ਉੱਤੇ। ਇੱਕ ਬੰਦੇ ਦੇ ਉੱਤੇ। ਵਾਹ ਵਾਹ। And it's taxpayer funded. ਟੈਕਸਪੇਅਰ ਫੰਡਡ। ਓਹੋ ਵਾਹ। ਅੱਛਾ, ਜਿਹੜਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਵਾਲਾ ਇੱਕ ਵਾਰੀ ਸਾਡੇ ਸੁਣਨ ਵਾਲਿਆਂ ਲਈ ਦੱਸ ਦਿਓ ਕੀ ਅਪਡੇਟ ਹੈ ਜੀ ਉਹਦੇ ਬਾਰੇ। ਤੇ ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਗੱਲਬਾਤ ਹੋਏਗੀ ਜੀ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ। ਸਾਡੇ ਨਾਲ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਵਕੀਲ ਜਤਿਨ ਸ਼ੌਰੀ ਅੱਜ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਤੁਹਾਡੇ ਕੋਈ ਕੁਐਸਚਨਸ ਨੇ ਤੁਸੀਂ 4032861067 ਤੇ ਟੈਕਸਟ ਕਰ ਸਕਦੇ ਹੋ ਤੇ ਅਸੀਂ ਤੁਹਾਡੇ ਕੁਐਸਚਨਸ ਵੀ ਇਹਨਾਂ ਕੋਲੋਂ ਜ਼ਰੂਰ ਉਹਨਾਂ ਦੇ ਆਨਸਰ ਲੈਣ ਦੀ ਕੋਸ਼ਿਸ਼ ਕਰਾਂਗੇ। ਸ਼ੌਰੀ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ। ਵੈਰੀ ਗੁੱਡ ਮਾਰਨਿੰਗ, ਵੈਲਕਮ। Good morning on this very sunny day in Calgary. Yes, after so many days. After too many days. ਮੀਂਹ ਨਾਲ ਹੀ ਭਰ ਗਿਆ ਸਾਰਾ, ਗਿੱਲਾ ਸਿੱਲਾ ਕੀਤਾ ਪਿਆ ਸੀ। ਇੱਦਾਂ ਲੱਗਿਆ ਕਿ ਸਟੈਂਪੀਡ ਮੇਲਾ ਤੋਂ ਬਾਅਦ ਸ਼ਾਇਦ ਦਿਮਾਗ ਥੋੜਾ ਜਿਹਾ ਹਿਲ ਗਿਆ ਸੀ। ਤੇ ਅੱਛਾ ਜਤਿਨ ਜੀ, ਜਦੋਂ ਪਿਛਲੀ ਸਾਡੀ ਟਰੂਡੋ ਸਰਕਾਰ ਸੀ ਤੇ ਸਾਡੇ ਕੋਲ ਬਹੁਤ ਸਾਰੇ ਰਿਵੋਲਵਿੰਗ ਗੇਟ ਸੀ। ਸਾਡਾ ਇੱਕ ਇਮੀਗ੍ਰੇਸ਼ਨ ਦਾ ਇੱਕ ਮੰਤਰੀ ਆਇਆ, ਇੱਕ ਚਲਾ ਗਿਆ, ਫਿਰ ਦੂਜਾ ਆਇਆ, ਚਲਾ ਗਿਆ। ਪਰ ਜਿਹੜਾ ਵੀ ਮੰਤਰੀ ਆਇਆ ਸਾਡੇ ਕੋਲ ਇਮੀਗ੍ਰੇਸ਼ਨ ਦਾ, ਉਹ ਬਹੁਤ ਵੋਕਲ ਮਿਨਿਸਟਰ ਰਹੇ ਸਾਡੇ ਕੋਲ। ਬੜੀਆਂ ਚੇਂਜਸ ਕੀਤੀਆਂ ਉਹਨਾਂ ਨੇ। ਮਾਰਕ ਮਿਲਰ ਸਾਹਿਬ ਨੇ ਤਾਂ ਕਿਲਾ ਹੀ ਢਾਤਾ ਸਾਰਾ। ਤੇ ਹੁਣ ਜਿਹੜੇ ਸਾਡੇ ਕੋਲ ਲੀਨਾ ਡੀਐਬ ਜੀ ਨਵੇਂ ਮੰਤਰੀ ਆ, ਇਹ ਬੋਲਦੇ ਹੀ ਨਹੀਂ। ਹੁਣ ਤਾਂ ਇਮੀਗ੍ਰੇਸ਼ਨ ਮਿਨਿਸਟਰ ਚੁੱਪ ਹੀ ਬੜਾ ਹੈ। ਇਹ ਕੋਈ ਖਾਸ ਕੋਈ ਪਾਲਿਸੀ ਚੇਂਜ ਹੈ ਇਹ? You know, I think ਇਹ ਥੋੜਾ ਜਿਹਾ ਮੇਰਾ ਮਨ ਵਿੱਚ ਇਹ ਸੋਚ ਆ ਰਿਹਾ ਕਿ we have to understand the context. Of course, ਸਰਕਾਰ ਦੀ election just before summer, May ਵਿੱਚ, I guess April May ਵਿੱਚ ਖਤਮ ਹੋਇਆ ਸੀ। I might have that wrong, but summer ਤੋਂ ਪਹਿਲੇ ਖਤਮ ਹੋਇਆ ਸੀ। Basically 3-4 ਹਫ਼ਤੇ ਦੇ ਉਹਨਾਂ ਨੇ parliament session ਰਖਵਾਇਆ ਸੀ, ਫਿਰ summer ਦੇ holidays ਸ਼ੁਰੂ ਹੋ ਗਏ ਜੀ। I agree with you, you know, ਜਦੋਂ ਵੀ ਨਵੇਂ ਮੰਤਰੀ ਆਉਂਦੇ ਨੇ ਉਹ ਥੋੜਾ ਜਿਹਾ at least ਆਪਣੇ ਆਪ ਨੂੰ ਥੋੜਾ ਜਿਹਾ ਇੰਟਰੋਡਕਸ਼ਨਸ ਵੀ ਕਰਾਉਂਦੇ ਨੇ, ਰਾਈਟ? ਕਿ ਅਸੀਂ ਕੌਣ ਹੈਗੇ, ਸਾਡਾ ਲਾਈਕ ਸੋਚ ਕੀ ਹੈਗੇ, ਪਾਲਿਸੀਜ਼ ਕੀ ਅਸੀਂ ਬਣਾਉਣਾ ਚਾਹੁੰਦੇ ਨੇ। But it hasn't been the case here, and that causes more confusion ਕਿਉਂਕਿ obviously ਕਾਫੀ ਲੋਕ ਹੁਣ ਇੱਥੇ ਬੈਠੇ ਨੇ, ਹਰ ਦਿਨ ਉਹ ਸੋਚਦੇ ਨੇ ਕਿ ਯਾਰ ਨੈਕਸਟ ਸਟੈਪ ਕੀ ਹੋਣਾ ਹੈ, PR ਕਿੱਦਾਂ ਲੱਭਣਾ ਹੈ, ਜਾਂ even in work permits, right? 180 days, ਅੱਧਾ ਸਾਲ ਦਾ processing time ਚੱਲ ਰਿਹਾ for work permits. ਨਾਲ ਸਾਲ ਦੇ ਸ਼ੁਰੂ ਵਿੱਚ ਅਸੀਂ 3000 ਬੰਦੇ ਦਾ ਜੋ ਜੌਬਸ ਹੈਗੇ ਸੀ IRCC ਦੇ ਨਾਲ ਉਹਨੇ ਘਟਾਤਾ। So lots of questions. ਜੀ, ਮੇਰਾ ਦਿਮਾਗ ਵਿੱਚ ਇਹ ਸੋਚ ਹੈਗੀ ਕਿ ਬੇਸਿਕਲੀ ਸੈਪਟੈਂਬਰ ਅਕਤੂਬਰ ਵਿੱਚ ਅਸੀਂ ਕਾਫੀ ਨਿਊਜ਼ ਸੁਣਾਂਗੇ ਕਿ ਕੀ ਚੇਂਜਸ ਹੁਣ, ਕੀ ਪਲਾਨ ਹੈਗੇ ਇਮੀਗ੍ਰੇਸ਼ਨ ਦੇ ਵਿੱਚ। ਐਂਡ ਮੇਨਲੀ ਮੇਰੀ ਸੋਚ ਇੱਦਾਂ ਹੈਗੀ ਕਿਉਂਕਿ ਅਸੀਂ ਕਾਫੀ ਚੀਜ਼ਾਂ ਦੇਖੇ ਸੀ। ਪਿਛਲੇ ਹਫ਼ਤੇ ਅਸੀਂ ਆਟੋਆ ਗਏ ਸੀ ਸਾਡੇ ਟੀਮ ਦੇ ਨਾਲ, ਨੈਸ਼ਨਲ ਟੀਮ ਹੈਗੇ ਨੇ ਜੋ ਵਕੀਲ ਹੈਗੇ ਨੇ। ਐਂਡ ਬੇਸਿਕ ਆਟੋ ਵਿੱਚ ਜਦੋਂ IRCC ਦੇ ਨਾਲ ਗੱਲ ਹੋਇਆ ਸੀ, you know, ਉਹ ਥੋੜਾ ਜਿਹਾ ਸਾਨੂੰ ਇਸ਼ਾਰੇ ਦੇ ਰਹੇ ਸੀ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਤਿਆਰ ਹੋ ਜਾਓ, ਚੇਂਜਸ ਹੋਣ ਵਾਲੇ ਨੇ। ਸਟਾਰਟਅਪ ਵੀਜ਼ਾ ਪ੍ਰੋਗਰਾਮ ਦੇ ਵਿੱਚ ਤਿਆਰ ਹੋ ਜਾਓ, ਐਂਟਰਪ੍ਰੀਨਰ ਪ੍ਰੋਗਰਾਮ 'ਚ ਤਿਆਰ ਹੋ ਜਾਓ, ਹੁਣ ਥੋੜ੍ਹੇ ਜਿਹੇ ਚੇਂਜਸ ਹੋਣ ਵਾਲੇ ਨੇ। ਅਸੀਂ ਹੁਣ ਇਹ ਵੀ ਦੇਖਿਆ ਪਿਛਲੇ ਹਫ਼ਤੇ ਵਿੱਚ ਜੋ ਪ੍ਰੋਵਿੰਸ਼ੀਅਲ ਜੋ ਪ੍ਰੀਮੀਅਰਸ ਹੈਗੇ ਨੇ ਅਲਬਰਟਾ ਵਿੱਚ, ਓਨਟਾਰੀਓ ਵਿੱਚ, ਇਹ ਨਵੇਂ ਗੱਲਾਂ ਸ਼ੁਰੂ ਕਰ ਰਹੇ ਨੇ ਜਿੱਥੇ ਉਹ ਕਹਿ ਰਹੇ ਨੇ ਕਿ ਅਸੀਂ ਹੁਣ refugees ਦਾ ਜੋ ਸਿਚੁਏਸ਼ਨ ਹੈਗਾ ਅਸੀਂ ਸੰਭਾਲਣ ਕਰਨ ਨੂੰ ਤਿਆਰ ਹੈਗੇ ਨੇ, ਜਾਂ work permit ਸੰਭਾਲਣ ਕਰਨ ਨੂੰ ਤਿਆਰ ਹੈਗੇ ਨੇ, ਜਾਂ these conversations are starting to happen, right? and ਮੇਰਾ ਸੋਚ ਇਹ ਹੈਗੀ ਕਿ we are going to see a real shake-up of immigration in terms of ਪਿਛਲੇ 7 ਸਾਲ ਵਿੱਚ ਕੀ ਸਿਸਟਮ ਸੀ and next ਜੋ 7 ਸਾਲ ਹੋਗਾ ਉੱਥੇ ਕੀ ਸਿਸਟਮ ਹੋ ਸਕਦੇ ਆ। Last thing I'll say is ਕਿਉਂਕਿ last week ਜਾਂ 2 ਹਫ਼ਤੇ ਪਹਿਲੇ immigration ਨੇ ਇੱਕ consultation period ਵੀ ਸ਼ੁਰੂ ਕੀਤਾ ਸੀ, ਉਹਨਾਂ ਨੇ ਖੁਲਵਾਇਆ। In the whole consultations, basically ਹਰ ਸਾਲ ਸਾਨੂੰ levels planning
ਜੇ ਲਿਸਨਰਸ ਉਹਨਾਂ ਨੂੰ ਯਾਦ ਹੈਗੇ ਹਰ ਸਾਲ ਸਰਕਾਰ ਇੱਕ ਪਲਾਨ ਸਾਨੂੰ ਸਮਝਾਉਂਦੇ ਨੇ ਕਿ ਨੈਕਸਟ 3 ਸਾਲ ਦੇ ਲਈ ਅਸੀਂ ਇੰਨੇ ਬੰਦੇ ਲੈ ਕੇ ਐਗਜ਼ੈਕਟਲੀ ਯੈਸ ਐਂਡ ਨਾਓ ਉਹਨਾਂ ਨੇ ਕੰਸਲਟੇਸ਼ਨਸ ਵੀ ਖੁਲਵਾਇਆ ਕਿ ਜੋ ਵੀ ਨਾਟ ਫॉर ਪ੍ਰੋਫਿਟਸ ਫॉर ਪ੍ਰੋਫਿਟ ਇੰਡਸਟਰੀ ਲਾਇਰਸ ਸੋਸ਼ਲ ਵਰਕਰਸ ਸਾਰੇ ਬੰਦੇ ਤੁਸੀਂ ਸਾਡੇ ਨਾਲ ਥੋੜ੍ਹਾ ਜਿਹਾ ਗੱਲ ਕਰ ਸਕਦੇ ਨੇ ਸਾਨੂੰ ਦੱਸੋ ਕਿ ਮਤਲਬ ਅਸੀਂ ਇਮੀਗ੍ਰੇਸ਼ਨ ਨੰਬਰਸ ਨੂੰ ਹੋਰ ਖੁਲਵਾਉਣਾ ਚਾਹੀਦਾ ਜਾਂ ਹੋਰ ਬੰਦ ਕਰਨਾ ਚਾਹੀਦਾ so those conversations are going on right now as well so there is quiet movement quiet discussion but I do agree it ਥੋੜ੍ਹਾ ਜਿਹਾ ਮੈਨੂੰ ਅਜੀਬ definitely ਲੱਗਦਾ ਕਿ immigration minister ਹਜੇ ਤੱਕ like you don't really see her in the media at all ਕੋਈ ਗੱਲ ਨਹੀਂ ਕੋਈ ਜਵਾਬ ਨਹੀਂ ਕੋਈ ਸਟੇਟਮੈਂਟ ਨਹੀਂ ਕੁਝ even the ਨਹੀਂ parent grandparent I don't know ਕਿ ਜੇ ਉਹਨਾਂ ਨੇ statement ਬਣਾਇਆ ਸੀ I actually don't know ਮੈਂ ਦੇਖਿਆ ਵੀ ਨਹੀਂ ਉਹਨਾਂ ਦੀ ਆਈ ਨਹੀਂ ਜੀ ਕੋਈ no right ਉਹ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ usually ministers always make this announcement at least too yeah it's a fair point ਅੱਛਾ ਜਿਹੜਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਵਾਲਾ ਇੱਕ ਵਾਰੀ ਸਾਡੇ ਸੁਣਨ ਵਾਲਿਆਂ ਲਈ ਦੱਸ ਦਿਓ ਕੀ ਅਪਡੇਟ ਹੈ ਜੀ ਉਹਦੇ ਵਾਸਤੇ yeah of course I know last week ਮੈਂ ਛੇਤੀ ਆਇਆ ਸੀ ਜਦੋਂ ਉਹਨਾਂ ਨੇ ਅਨਾਉਂਸ ਕੀਤਾ ਸੀ but look short version is this ਜੇ ਤੁਸੀਂ ਆਪਣਾ ਨਾਂ 2020 ਦੇ ਵਿੱਚ ਲਾਇਆ ਸੀ to be a sponsor ਹੁਣ ਉਹਨਾਂ ਨੇ ਕੱਲ ਪੋਰਟਲ ਖੁਲਵਾਇਆ ਮਤਲਬ ਹੈਗੇ ਕਿ ਤੁਸੀਂ ਆਪਣੇ ਈਮੇਲਸ ਦੇਖੋ ਕਿਉਂਕਿ ਸ਼ਾਇਦ ਉਹਨਾਂ ਨੇ ਤੁਹਾਨੂੰ ਸਿਲੈਕਟ ਕੀਤਾ ਕਿ ਤੁਸੀਂ ਆਪਣੇ ਮਾਂ-ਬਾਪ ਨੂੰ ਜਾਂ ਗ੍ਰੈਂਡ ਪੈਰੈਂਟਸ ਨੂੰ ਤੁਸੀਂ ਸਪਾਂਸਰ ਕਰਵਾ ਸਕਦੇ ਨੇ that's the simple version and I think ਉਹ ਕਹਿ ਰਹੇ ਸੀ ਕਿ ਬੇਸਿਕ 2 ਹਫ਼ਤੇ ਦੇ ਇਨਵੀਟੇਸ਼ਨਸ ਉਹ ਭੇਜਾਂਗੇ here's the reality though and I do understand ਕਿ ਹੁਣ ਅਸੀਂ 5 ਸਾਲ ਬਾਅਦ ਜੋ ਲੋਕ ਹੁਣ ਇਸ ਇਹ ਰਾਊਂਡ ਵਿੱਚ ਉਹਨਾਂ ਦਾ ਸਿਲੈਕਸ਼ਨ ਹੋਗਾ ਉਹ ਹੁਣ 5 ਸਾਲ ਬਾਅਦ ਜੀ ਸਿਲੈਕਸ਼ਨ ਹੋ ਰਿਹਾ naturally things change ਬਿਲਕੁਲ ਠੀਕ there's death in the family there's income issues that could be happening now there could be other document expiry passport expiry right ਕਾਫੀ ਚੀਜ਼ਾਂ ਹੋ ਸਕਦੀਆਂ ਨੇ ਮੇਰਾ suggestion basically ਇਹ ਹੈਗਾ for most part ਜਿੱਥੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਫਾਈਲ ਵਿੱਚ ਕੋਈ ਨੁਕਸਾਨ ਹੋ ਸਕਦਾ ਹੈ there's like a negative point or maybe income doesn't match the same ਪਿਛੇ 3 ਸਾਲ ਵਿੱਚ ਬਸ 2 ਸਾਲ ਦੇ ਵਿੱਚ income ਮਿਲਦੀ ਆ send your file in that is my advice send your file in and basically ਸਾਡੇ ਆਫਿਸ ਵਿੱਚ ਜੋ ਅਸੀਂ appeals ਆਉਂਦੇ ਨੇ ਜਿੱਥੇ refusals ਹੁੰਦੇ ਨੇ ਜਾਂ ਕਦੋਂ if you catch it quickly enough you have the right lawyer appeal ਤੋਂ ਪਹਿਲੇ ਵੀ ਇਹ ਗੱਲਾਂ ਨੂੰ ਤੁਸੀਂ ਸੰਭਾਲ ਸਕਦੇ ਨੇ there's a strategy at the end of the day and the worst thing you can do is not submit your file in ਤੁਸੀਂ just ਭੇਜੋ right ਕਿਉਂਕਿ 2 ਸਾਲ ਦਾ 3 ਸਾਲ ਦਾ processing times ਵੀ ਚੱਲ ਰਹੇ ਨੇ ਇਸ files ਵਿੱਚ ਕਾਫੀ ਚੀਜ਼ਾਂ ਹੈਗੀਆਂ ਨੇ when I think of strategy ਸੋ ਬਹੁਤ ਸਾਰੇ ਲੋਕਾਂ ਨੇ ਹੁਣ ਇਹ ਜਾਣਨਾ ਚਾਹੁੰਦੇ ਨੇ ਉਹ ਕਿ ਹੁਣ ਜਿਵੇਂ ਤੁਸੀਂ ਦੱਸਿਆ ਕਿ ਆਪਣੀਆਂ ਈਮੇਲਾਂ ਚੈੱਕ ਕਰੋ ਜੰਕ ਮੇਲ ਚੈੱਕ ਕਰੋ ਵੀ ਤੁਹਾਨੂੰ ਆਈ ਤਾਂ ਨਹੀਂ ਜਿਹੜੀ 2020 ਚ ਪੂਲ ਫੇਰ ਚੱਕਿਆ ਉਹਦੇ ਵਿੱਚੋਂ 10,000 ਬੰਦਾ ਇਹਨਾਂ ਨੇ ਹੁਣ ਬੁਲਾਉਣਾ ਪੇਰੈਂਟਸ ਨੂੰ ਅੱਛਾ ਉਹਦੇ ਵਿੱਚੋਂ ਜਿਹੜੀ ਇਨਕਮ ਅਸੀਂ ਦੇਣੀ ਹੈ ਉਹ 2020 ਵਾਲੀ ਦੇਣੀ ਹੈ ਕਿ ਹੁਣ ਦੀ ਦੇਣੀ ਹੈ ਨੋ ਹੁਣ ਦੀ ਦੇਣੀ ਹੈ ਇਹ ਇੱਕ ਪੁਆਇੰਟ ਹੈ ਬੇਸਿਕ ਹੁਣ 25 I guess we just filed taxes so 2025 2024 2023 ਜੀ ਤਿੰਨੋਂ ਸਾਲਾਂ ਜਿਹੜੇ ਇਸ ਸਾਲ ਦੇ ਟੈਕਸ ਭਰੇ ਆ ਪਿਛਲੇ ਦੇ ਤੇ ਉਸ ਤੋਂ ਪਿਛਲੇ ਦੇ exactly ਇਹਦੀਆਂ ਚਾਹੀਦੀਆਂ and definitely and it's frustrating ਕਿਉਂਕਿ ਜੋ ਲੋਕ like ਜੋ proper ਸੋਚ ਵਿੱਚ ਆਪਣਾ ਨਾਂ ਨਹੀਂ ਲਗਾਇਆ ਸੀ 2020 ਦੇ ਵਿੱਚ ਇਹ ਸੋਚ ਕੇ ਕਿ ਸਾਡੀ ਇਨਕਮ ਘੱਟ ਆ ਅਸੀਂ ਕਿਉਂ ਸਿਸਟਮ ਦੇ ਵਿੱਚ ਆਪਣਾ ਨਾਂ ਲਾਣਾ ਹੈ ਬੇਸ ਕਿਉਂ ਕਰਨਾ ਰਿਸੋਰਸਿਸ ਪੈਸੇ ਨਹੀਂ ਹੈ ਹੁਣ ਤਾਂ ਹੈਗੇ ਉਹਨਾਂ ਦੇ ਕੋਲ ਨੂੰ ਸੋਚ ਰਹੇ ਨੇ ਕਿ ਯਾਰ ਅਸੀਂ ਉਸ ਟਾਈਮ ਲਗਾਉਣਾ ਚਾਹੀਦਾ ਸੀ ਫਿਰ ਯੈਸ ਕਿ ਜੇ 2020 ਚ ਐਪਲੀਕੇਸ਼ਨ ਪਾਈ ਹੁੰਦੀ ਪਰ ਉਦੋਂ ਇਨਕਮ ਹੈ ਨਹੀਂ ਸੀ ਹੁਣ ਇਨਕਮ ਹੈਗੀ ਆ ਤਾਂ ਹੁਣ ਪੂਲ ਹੀ ਨਹੀਂ ਚੱਕ ਰਹੇ ਉਹ ਖਤਮ ਹੀ ਨਹੀਂ ਹੋ ਰਿਹਾ ਪੂਲ exactly and I am quite confident look ਨਵਾਂ ਗਵਰਨਮੈਂਟ ਅਸੀਂ ਇੰਟਰਵਿਊ ਦੇ ਸ਼ੁਰੂ ਦੇ ਵਿੱਚ ਅਸੀਂ ਇਹ ਬੇਸਿਕਲੀ ਗੱਲ ਕੀਤੀ ਸੀ right new government hoping for a shake up hoping ਕਿ next year like for 2026 ਉਹ ਨਵਾਂ ਪੋਰਟਲ ਸ਼ੁਰੂ ਕਰਾਂਗੇ that's the hope and I don't know okay like I can't it's probably going to be lottery again ਫਿਰ lottery why wouldn't it be ਤੇ ਇਹਦੀ ਜਿਹੜੀ ਆ ਕੋਈ ਜਿਹੜੀ ਇਨਕਮ ਕੱਟ ਆਫ ਹੈ ਕੋਈ ਉਹਦਾ ਕੋਈ ਆਪਾਂ ਅਮਾਉਂਟ ਦੱਸ ਸਕਦੇ ਆ ਕਿ ਆਨਲਾਈਨ ਕਿਉਂਕਿ ਆਨਲਾਈਨ ਉਹਨਾਂ ਦੇ ਕੋਲ ਟੇਬਲ ਹੁੰਦੀ ਆ ਜਿੱਥੇ ਤੁਹਾਡਾ ਉਹ ਤੁਹਾਡੇ ਫੈਮਿਲੀ ਸਾਈਜ਼ ਨਾਲ ਇਨਕਮ ਅਸਾਈਨ ਕਰਦੇ ਨੇ ਸੋ ਲਾਈਕ ਫॉर ਐਗਜ਼ਾਮਪਲ ਆਈ ਡੋਨਟ ਨੋ ਆਫ ਦ ਟੌਪ ਮਾਈ ਹੈਡ ਆਲ ਬੀ ਓਨੈਸਟ ਬਟ ਯੂਜੂਅਲੀ ਉਹ ਜੋ ਲੋ ਇਨਕਮ ਕੱਟ ਆਫ ਅਸੀਂ ਕਹਿੰਦੇ LICO ਲੋ ਇਨਕਮ ਕੱਟ ਆਫ ਜੀ ਉਹ ਟੇਬਲ ਆਨਲਾਈਨ ਹੈਗਾ ਬਹੁਤ ਕਲੀਅਰ
ਤੁਸੀਂ ਈਜ਼ਲੀ ਤੁਸੀਂ ਦੇਖ ਸਕਦੇ ਨੇ ਸੋ ਜਿੱਥੇ ਤੁਹਾਡੇ ਕੋਲ 5 ਬੰਦੇ ਹੈਗੇ ਨੇ ਫੈਮਿਲੀ ਵਿੱਚ ਮਤਲਬ ਹੈਗੇ ਯੂ ਜੇ ਤੁਹਾਡੇ ਕੋਲ ਸਪਾਊਸ ਹੈਗੇ ਨੇ ਮੇਬੀ ਇੱਕ ਬੱਚਾ ਦੈਨ ਆਪਣੇ ਮਾਂ ਬਾਪ 1-2 ਰਾਈਟ ਸੋ 5 ਬੰਦੇ ਬਣ ਗਏ ਫੈਮਿਲੀ ਸਾਈਜ਼ ਜੋ ਕੈਲਕੂਲੇਸ਼ਨਸ ਹੁੰਦੇ ਨੇ ਉੱਥੇ ਨਾਲ ਉਹ ਦੱਸਾਂਗੇ ਕਿ ਪਿਛਲੇ 3 ਸਾਲ ਦੇ ਕੀ ਇਨਕਮ ਫੈਮਿਲੀ ਇਨਕਮ ਹੋਣਾ ਚਾਹੀਦਾ ਸੀ ਸੋ ਇਹਨੂੰ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ LICO ਤੇ ਲੋ ਇਨਕਮ ਕੱਟ ਆਫ ਕੈਨੇਡਾ ਦੀ ਜਿਹੜੀ ਲਿਸਟ ਹੈ ਉਹ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਜੇ ਤੁਹਾਡੀ ਫੈਮਿਲੀ ਦੇ ਵਿੱਚ 2 ਜਣੇ ਨੇ ਫਿਰ ਤੁਸੀਂ ਕਿੰਨੇ ਜਣਿਆਂ ਨੂੰ ਬੁਲਾ ਰਹੇ ਹੋ ਤੇ ਤੁਹਾਡੀ ਫੈਮਿਲੀ 'ਚ 3 ਜਣੇ ਨੇ ਤੁਸੀਂ ਉਧਰੋਂ ਕਿੰਨਿਆਂ ਨੂੰ ਬੁਲਾ ਰਹੇ ਹੋ ਉਹਦੇ ਸਾਰੇ ਪੈਸਿਆਂ ਦਾ ਹਿਸਾਬ ਕਿਤਾਬ ਸਾਨੂੰ ਲਿਸਟ ਬਣਾ ਕੇ ਦਿੱਤੀ ਗਈ ਹੈ Canada.ca ਤੇ ਜਾ ਕੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਜੀ ਤੇ ਸ਼ੌਰੀ ਸਾਹਿਬ ਇੱਕ ਹੋਰ ਸਾਨੂੰ ਦੱਸੋ ਕਿ ਅੱਜ ਹੀ ਅਸੀਂ ਰਿਪੋਰਟ ਪੜ੍ਹ ਰਹੇ ਸੀ ਕਿ 600 ਬੰਦਾ ਇੱਦਾਂ ਦਾ ਹੈ ਜਿਹੜਾ ਐਬਸਕੌਂਡਿੰਗ ਹੈ ਉਹਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਦੇ ਆਰ ਫੇਸਿੰਗ ਡਿਪੋਰਟੇਸ਼ਨ ਉਹਨਾਂ ਦੇ ਕ੍ਰਿਮੀਨਲ ਚਾਰਜਸ ਨੇ ਉਹਨਾਂ ਦੇ ਅਗੇਂਸਟ ਉਹਨਾਂ ਦੀ ਪ੍ਰੋਸੀਡਿੰਗਸ ਵਿੱਚ ਹੀ ਆ ਰਹੇ ਐਂਡ ਮੋਰ ਦੈਨ 300 ਪੀਪਲ ਆਰ ਦੋਜ਼ ਜਿਨ੍ਹਾਂ ਨੂੰ 3 ਸਾਲ ਤੋਂ CBSA ਵਾਲੇ ਲੱਭ ਰਹੇ ਆ ਸੋ ਕੀ ਬਣੇਗਾ ਜਿਹੜੀ ਜਿਵੇਂ ਤੁਸੀਂ ਹੁਣੇ ਦੱਸਿਆ ਕਿ TR ਤੋਂ PR ਵਾਲਾ ਜਿਹੜਾ ਕੰਮ ਸੀ ਉਹ ਤਾਂ ਹੁਣ ਖਤਮ ਹੀ ਹੈ ਫਿਰ ਲੋਕ ਕਿੱਥੇ ਜਾਣਗੇ ਇੰਨੀ ਵੱਡੀ ਗਿਣਤੀ 'ਚ I mean, ਤੁਸੀਂ ਬਿਲਕੁਲ ਸਹੀ ਕਹਿ ਰਹੇ ਨੇ and here's the reality ਜੇ ਅਸੀਂ ਥੋੜਾ ਜਿਹਾ long term ਸੋਚਦੇ ਨੇ right eventually ਇਹ ਜੋ underground ਹੁਣ ਭੱਜ ਗਏ ਇਹ ਸੋਚਾਂਗੇ ਕਿ ਹੁਣ eventually ਕੋਈ ਸਕੀਮ ਕੋਈ ਜੁਗਾੜ ਹੋਣਾ ਚਾਹੀਦਾ ਜਿਹਦੇ ਥਰੂ ਅਸੀਂ ਆਪਣੇ ਸਟੇਟਸ ਨੋਰਮਲਾਈਜ਼ ਕਰ ਸਕਦੇ ਨੇ and I can tell you just from practical experience ਮੈਂ ਇਹ ਨਹੀਂ ਕਹਿ ਰਿਹਾ ਕਿ ਨਹੀਂ ਹੋ ਸਕਦਾ but for it to happen ਥੋੜਾ ਜਿਹਾ ਕਿਸਮਤ ਦੀ ਗੱਲ ਬਣਦੀ ਆ ਥੋੜਾ ਜਿਹਾ ਲੱਕ ਦੀ ਗੱਲ ਬਣਦੀ ਆ ਨਾਲ it's just like it's a very bad position to start from ਮੈਨੂੰ definitely ਇੰਨਾ ਪਤਾ ਕਿ ਫੈਡਰਲ ਕੋਰਟ ਦੇ ਵਿੱਚ and even general system ਦੇ ਵਿੱਚ ਜਿੱਥੇ ਤੁਸੀਂ spousal application ਇਹ situation ਵਿੱਚ ਤੁਸੀਂ ਲਾਉਂਦੇ ਨੇ ਜਾਂ ਤੁਸੀਂ humanitarian application ਲਾਉਂਦੇ ਨੇ ਸ਼ੁਰੂ ਤੋਂ ਜੋ ਸਾਰੇ ਸਰਕਾਰ ਦੀ ਏਜੰਸੀਜ਼ ਹੈਗੇ ਨੇ ਉਹ ਸੋਚਣਗੇ ਕਿ ਅਸੀਂ ਇਸ ਸਿਚੁਏਸ਼ਨ ਵਿੱਚ ਬੰਦੇ ਨੂੰ ਮਾਫੀ ਕਿਉਂ ਦੇਵਾਂ ਤੁਸੀਂ ਕਾਨੂੰਨ ਨਹੀਂ ਫੋਲੋ ਕੀਤਾ ਕ੍ਰਿਮੀਨਲ ਹੁਣ ਕਨਵਿਕਸ਼ਨ ਚਾਰਜਸ ਹੈਗੇ ਨੇ ਰਾਈਟ ਨਾਲ ਤੁਸੀਂ ਅੰਡਰਗਰਾਊਂਡ ਚਲੇ ਗਏ ਮਤਲਬ ਤੁਸੀਂ ਕੋਈ ਵੀ ਕਾਨੂੰਨ ਨੂੰ ਫੋਲੋ ਕਰਨ ਨੂੰ ਤਿਆਰ ਨਹੀਂ ਹੈਗੇ ਨੇ ਸੋ ਵਾਈ ਸ਼ੁਡ ਵੀ ਗਿਵ ਯੂ PR ਵਾਈ ਸ਼ੁਡ ਵੀ ਗਿਵ ਯੂ ਐਨੀ ਕਾਈਂਡ ਆਫ ਸੇਫਟੀ ਹੇਅਰ ਕਦੋਂ ਇਹ ਹੁੰਦਾ there are very unique cases right but generally speaking it is definitely it's hectic ਸਾਡੇ ਆਫਿਸ ਵਿੱਚ especially in this situation obviously ਲੋਕ ਪੁੱਛਦੇ ਨੇ ਜੇ ਉਹ ਇਸ ਪੁਆਇੰਟ ਪਹੁੰਚਦੇ ਨੇ ਕਿ ਅਸੀਂ ਕੀ ਕਰਾਂ ਅਸੀਂ underground ਚਲੇ what do we do I'm like listen the best thing you can do is cooperate because at the end of the day if they find you you'll be detained you'll be put in jail they will not let you out ever you'll sit there and then eventually you'll ਸਿੱਧਾ jail ਤੋਂ plane ਵਿੱਚ ਬਿਠਾ ਕੇ ਵਾਪਸ ਭੇਜ ਦੇਣਗੇ ਤੇ ਵਾਪਸ ਭੇਜਣ ਦਾ ਖਰਚਾ ਕਿੰਨਾ ਹੁੰਦਾ ਜੀ Interesting question. I don't have the exact number, but ਮੈਨੂੰ ਇਹਨਾਂ ਪਤਾ ਕਿ ਜੋ ਬੰਦੇ ਦਾ deportation ਹੁੰਦਾ ਸਰਕਾਰ ਦੇ ਵਿੱਚ ਇੱਕ policy ਹੈਗੀ ਕਿ ਵਾਪਸ ਆਉਣ ਤੋਂ ਪਹਿਲਾਂ ਕਿਉਂਕਿ ਕੋਈ applications ਹੁੰਦੇ ਨੇ ਜੇ deportation ਹੁੰਦੀ ਹੈ authorization to return to Canada ਪਰ ਉਹਦੇ ਵਿੱਚ ਉਹ ਜੇ ਖਰਚੇ ਸਰਕਾਰ ਨੇ ਚੱਕਿਆ ਸੀ then ਉਹ $1,500 ਮੰਗਦੇ ਨੇ from the applicant so which is interesting because I'm sure ajkal these high prices ticket prices to jaande ne right like for example India wapas jana it's about 2,000 now it's just to go back but interestingly jithe criminal deportations hunde ne hamesha deportee de naal 2 officers bhi jana ਚਾਹੀਦਾ so if you think about it if let's say $1,500 right ਇੱਕ ਬੰਦੇ ਦਾ ਇੱਕ ਬੰਦੇ ਤਿੰਨ ਜਣਿਆਂ ਨੇ ਜਾਣਾ so $4,500 let's say $4,500 let's say $5,500 per deportation and ਇਸ ਸੈਗਮੈਂਟ ਤੋਂ ਪਹਿਲੇ ਅਸੀਂ ਥੋੜਾ ਜਿਹਾ ਗੱਲ ਕਰ ਰਹੇ ਸੀ ਕਿ almost 400 ਬੰਦੇ ਹੈਗੇ ਨੇ ਜਿਹਨਾਂ ਦਾ deportation ਹੋਣਾ ਚਾਹੀਦਾ ਉਹ ਜੇਲ੍ਹ ਵਿੱਚ ਬੈਠੇ ਨੇ ਮਤਲਬ 1 per day more than 1 per day right ਹੋਣਾ ਚਾਹੀਦਾ like approximately obviously sentencing and all samaat to hai but us to baad eventually the deportation to hona so let's say every day you're spending $5,500 I don't even know the math off the top of my head oh my god on just deportations alone right so ਇੱਕ ਬੰਦੇ ਨੂੰ ਭੇਜਣ ਲਈ 2 ਅਫਸਰਾਂ ਨੇ ਨਾਲ ਜਾਣਾ 431 ਬੰਦੇ ਜੇਲ੍ਹਾਂ 'ਚ ਬੈਠੇ ਨੇ ਜੇ ਉਹਨਾਂ ਨੂੰ ਇੱਕ ਵੀ ਰੋਜ਼ ਭੇਜਣਾ ਹੋਵੇ ਤਾਂ $4,500 ਮਿਨੀਮਮ ਜਿਹੜਾ ਖਰਚਣਾ ਹੀ ਪੈਣਾ ਹੈ ਇੱਕ ਬੰਦੇ ਦੇ ਉੱਤੇ ਵਾਹ ਵਾਹ and it's taxpayer funded ਟੈਕਸ ਫੰਡਡ ਓਹੋ ਵਾਹ ਵਾਹ ਤੇ ਇੱਕ ਗੱਲ ਅਸੀਂ ਸਾਨੂੰ ਥੋੜੀ ਜਿਹੀ ਕਲੀਅਰ ਕਰ ਦਿਓ ਕਿ ਜੇ ਅਸੀਂ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ ਉਹਦੇ ਵਾਸਤੇ ਜਿਹੜੀ ਇਨਕਮ ਆ ਉਹ ਸਾਨੂੰ 2020 ਦੀ ਨਹੀਂ ਚਾਹੀਦੀ 2024 ਦੀ ਚਾਹੀਦੀ ਹੈ is that right
ਲੇਟੈਸਟ ਚਾਹੀਦੀ ਹੈ ਸਾਡੇ ਕੋਲ? Usually all latest ਮੰਗਦੇ ਨੇ. I haven't looked at the table. My intuition, ਮੈਂ ਥੋੜਾ ਜਿਹਾ guess ਕਰਾਂ ਕਿ ਸ਼ਾਇਦ 2025 ਤੋਂ ਪਿੱਛੇ ਹੋ ਜਾਵਾਂਗੇ ਕਿਉਂਕਿ April June ਵਿੱਚ filing ਹੋਣਾ ਚਾਹੀਦਾ notice of assessment ਦੀ, right? Yeah. So people should have their notice of assessment by now. ਜੀ. Your notice of assessment the basis ਹੈ. But ਜੇ ਉਹਨੇ 24 ਤੋਂ ਮੰਗਿਆ like 2024, ਜੀ. that's fine. It doesn't matter. The point is it's the previous 3 years, Yeah. right? And eventually ਕੀ ਹੁੰਦਾ ਹੈ ਕਿ ਜਦੋਂ ਤੁਸੀਂ processing time ਦੇਖਦੇ ਨੇ eventually immigration ਵਾਪਸ ਆਉਂਦੇ ਨੇ ਕਹਿੰਦੇ ਨੇ ਹੁਣ ਇਸ ਸਾਲ ਦਾ ਦੇ ਦਿਓ ਪਿਛਲੇ ਸਾਲ ਦਾ ਵੀ ਦਿਓ. ਜੀ. So let's say in 2027 ਅਸੀਂ ਹੁਣ ਪਹੁੰਚ ਗਏ, ਜੀ. right? ਤੁਸੀਂ ਅੱਜ ਫਾਈਲ ਕੀਤਾ ਹੈ 2027 ਵਿੱਚ ਉਹ ਫਾਈਲ ਨੂੰ ਫਾਈਨਲਾਈਜ਼ ਕਰਨਾ ਚਾਹੁੰਦੇ ਨੇ. ਜੀ. ਉਹ ਮੰਗਾਂਗੇ ਉਹ 2026 2025 ਮੰਗਾਂਗੇ. ਓਕੇ, ਉਦੋਂ ਫਿਰ You ਮੰਗਣਾ. have to maintain your income the entire time. ਓਕੇ, ਤੁਹਾਨੂੰ ਆਪਣੀ ਇਨਕਮ ਮੇਨਟੇਨ ਕਰਨ ਦੀ ਜ਼ਰੂਰਤ ਹੈ. ਇੱਕ ਹੋਰ ਜਤਿਨ ਜੀ, ਹੁਣ ਜਦੋਂ ਪ੍ਰੀਮੀਅਰਸ ਦੀ ਜਾਂ ਫਸਟ ਮਿਨਿਸਟਰਸ ਦੀ ਮੀਟਿੰਗ ਹੋਈ ਉਹਦੇ ਵਿੱਚ ਸਾਰੇ ਪ੍ਰੋਵਿੰਸਸ ਇਹ ਕਹਿ ਰਹੇ ਆ ਕਿ ਇਮੀਗ੍ਰੇਸ਼ਨ ਦਾ ਕੰਟਰੋਲ ਪ੍ਰੋਵਿੰਸਸ ਦੇ ਕੋਲ ਹੋਣਾ ਚਾਹੀਦਾ, ਜ਼ਿਆਦਾ ਕੰਟਰੋਲ ਹੋਣਾ ਚਾਹੀਦਾ. ਇਹਦੇ ਕੋਈ ਪ੍ਰੋਜ਼ ਐਂਡ ਕੌਨਸ ਹੈਗੇ? I think pros is obvious because obviously jo provinces that on the ground jo halat hai gaya, provinces know better. Naturally, one of the economic situation ki hai gaya, one of the economic needs, labor force needs o ki honda ne, provinces know their situation best. The situation jaise kanun nu dekh rahe hain as it is today, immigration ek federal sarkar da jurisdiction vich hondi hai. ਜੀ. ਕਿਉਂਕਿ ਸਾਰੇ ਪ੍ਰੋਸੈਸਿੰਗ IRCC ਆਫਿਸਰਸ CBSA ਆਫਿਸਰਸ ਉਹ ਸਾਰੇ ਫੈਡਰਲ ਗਵਰਨਮੈਂਟ ਦੇ ਵਿੱਚ ਹੁੰਦੇ ਨੇ. I think there is truly a way ਜਿੱਥੇ and so because it's in federal ਉਹਦਾ issue ਇਹ ਹੈਗੇ ਕਿ provincial government and federal government ਦੇ ਵਿੱਚ ਜੋ communication ਹੋ ਸਕਦਾ it's not always there. And Bill C2 ਜੋ ਆ ਰਿਹਾ ਹੁਣ like there's discussion ਉੱਥੇ ਕਿਉਂਕਿ ਉਹ I'm trying to explain this in like layman's terms, but basically ਉਹਦੇ ਵਿੱਚ ਇੱਕ discussion ਹੋ ਰਿਹਾ ਜਿੱਥੇ ਹੁਣ government ਕਹਿੰਦੇ ਨੇ ਕਿ ਸਰਕਾਰ ਕਹਿੰਦੇ ਕਿ ਅਸੀਂ information sharing ਥੋੜਾ ਜਿਹਾ ਹੋਰ ਖੁਲਵਾਉਣਾ ਚਾਹੁੰਦੇ ਨੇ. ਜੀ ਜੀ. ਜੋ ਪ੍ਰਾਈਵੇਟ ਇਨਫੋਰਮੇਸ਼ਨ ਹੁੰਦੀ ਹੈ. So that's kind of a way that they're saying ਕਿ ਅਸੀਂ ਫੈਡਰਲ ਐਂਡ ਪ੍ਰੋਵਿੰਸ਼ੀਅਲ ਗਵਰਨਮੈਂਟਸ ਅਸੀਂ ਥੋੜਾ ਜਿਹਾ ਹੋਰ ਕਮਿਊਨੀਕੇਸ਼ਨ ਕਰ ਸਕਦੇ ਨੇ ਕਿਉਂਕਿ ਕੋਈ ਚੀਜ਼ ਜੋ ਤੁਸੀਂ ਸਰਕਾਰ ਦੇ ਜੋ ਇਨਫੋਰਮੇਸ਼ਨ ਤੁਸੀਂ ਭੇਜਦੇ ਨੇ ਐਪਲੀਕੇਸ਼ਨ ਫਾਰਮਸ ਇਹ ਸਾਰਾ ਕੁਝ ਇਹ ਫੈਡਰਲ ਗਵਰਨਮੈਂਟ ਤੇ ਕੋਲ ਜਾਂਦੇ ਆ. ਇਹਦਾ ਮਤਲਬ ਇਹ ਨਹੀਂ ਹੈਗਾ ਕਿ ਰਾਈਟ ਅਵੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਵੀ ਉਹ ਐਕਸੈਸ ਕਰ ਸਕਦੇ ਨੇ. Right. So these are the small kind of back end ਜੋ ਪਿੱਛੇ ਜੋ processes ਹੁੰਦੇ ਨੇ ਜਿਹਦੇ ਥਰੂ ਥੋੜੇ ਜਿਹੇ inefficiencies ਬਣਦੇ ਨੇ. I don't know if I support it or not. A lot of my colleagues ਜੋ ਹੈਗੇ ਨੇ ਉਹ ਕਹਿੰਦੇ ਨੇ ਕਿ ਇਹ ਬਹੁਤ ਗਲਤ policy ਹੈਗੀ, ਇੱਦਾਂ ਨਹੀਂ ਹੋਣਾ ਚਾਹੀਦਾ. And to an extent I see why. ਜੀ. But generally speaking, I am a believer ਕਿ provincial government ਦੇ ਵਿੱਚ ਥੋੜਾ ਜਿਹਾ ਹੋਰ control ਹੋਣਾ ਚਾਹੀਦਾ, especially for economic immigration. ਤੇ ਸਾਡੇ ਕੋਲ ਇੱਕ ਕੁਐਸਚਨ ਹੈ, ਉਹ ਕਹਿੰਦੇ ਕਿ ਜੇ ਮੈਂ ਆਪਣੇ ਪੇਰੈਂਟਸ ਦਾ ਕੰਪੈਸ਼ਨੇਟ ਹਿਊਮਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਤੇ ਅਪਲਾਈ ਕਰਾਂ ਤੇ ਉਹਨਾਂ ਨੂੰ ਰਿਫਿਊਜ਼ਲ ਹੋ ਜਾਂਦੀ ਹੈ Right. ਤਾਂ ਕੀ ਇਹਦਾ ਅਸਰ, ਇਹਦਾ ਇੰਪੈਕਟ ਉਹਨਾਂ ਦੇ ਸੁਪਰ ਵੀਜ਼ਾ ਤੇ ਵੀ ਪੈ ਸਕਦਾ? Technically speaking, it should not. Technically speaking, parents are in Canada on super visa. I understand. JO in Canada बैठे ने humanitarian compassionate application और refuse कर देने ਇਹਦਾ ਮਤਲਬ ਇਹ ਨਹੀਂ ਕਿ automatically super visa भी ਉਹ cancel Okay, that's right. Super visa separate from PR. So ਇਹਦਾ ਕੋਈ ਅਸਰ ਉਹਦੇ ਤੇ ਟੈਕਨੀਕਲੀ ਨਹੀਂ ਪੈਣਾ ਚਾਹੀਦਾ. The only time I think ਕੋਈ issue ਬਣ ਸਕਦਾ ਜਦੋਂ ਤੁਸੀਂ extension ਲਾਵਾਂਗੇ ਜਾਂ ਨਵਾਂ super visa ਦੀ application ਲਾਵਾਂਗੇ ਕਿਉਂਕਿ ਉੱਥੇ definitely ਤੁਸੀਂ declare ਜੇ refusal ਹੋ ਗਿਆ right agency ਦੀ then ਤੁਸੀਂ declare ਕਰਨਾ ਪਊਗਾ ਕਿ ਅਸੀਂ humanitarian file ਵੀ ਲਾਇਆ ਸੀ ਇੱਕ time. Okay, declare ਕਰਨਾ ਪਊਗਾ ਬਾਅਦ ਵਿੱਚ extension ਵੀ. And immigration ਇਹ ਸੋਚ ਸਕਦੇ ਨੇ ਕਿ ਤੁਸੀਂ temporary basis ਤੇ ਆ ਰਹੇ ਨੇ ਜਾਂ permanent basis ਤੇ. And again I can go into deeper detail. Technically speaking ਇਹ ਸੋਚ ਨਹੀਂ ਹੋਣਾ ਚਾਹੀਦਾ immigration ਦੇ ਵਿੱਚ ਪਰ ਕਦੋਂ ਕਰਦੇ ਨੇ ਫਿਰ ਥੋੜੇ ਜਿਹੇ complications ਇੱਥੇ ਵੀ ਬਣਦੇ ਨੇ. ਤੇ ਇੱਕ ਕੁਐਸਚਨ ਹੋ ਰਿਹਾ ਹੈ ਜੀ, ਉਹ ਕਹਿੰਦੇ ਨੇ ਜੀ ਕਿ ਆਈ ਅਪਲਾਈਡ ਫॉर ਮਾਈ ਸਪਾਊਸ ਐਂਡ ਸ਼ੀ ਗॉट ਇਮੀਗ੍ਰੈਂਟ ਵੀਜ਼ਾ ਬਟ ਫॉर ਸਮ ਰੀਜ਼ਨਸ ਉਹਨੇ ਟਰੈਵਲ ਨਹੀਂ ਕੀਤਾ ਤੇ ਵੀਜ਼ਾ ਐਕਸਪਾਇਰ ਹੋ ਗਿਆ ਤੇ ਹੁਣ ਦੁਬਾਰਾ ਵੀਜ਼ਾ ਅਪਲਾਈ ਕਰਨਾ ਪਵੇਗਾ ਔਰ ਐਕਸਟੈਂਸ਼ਨ ਮੰਗਣੀ ਪਵੇਗੀ. ਨਹੀਂ ਐਕਸਟੈਂਸ਼ਨ ਉਹ ਆਈ ਨਹੀਂ ਸੋ ਵੀਜ਼ਾ ਐਕਸਪਾਇਰ ਹੋ ਗਿਆ. ਜੇ ਤੁਸੀਂ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਤਾਂ ਨਵਾਂ ਲਾਉਣਾ ਪਊਗਾ ਫਿਰ. ਓਕੇ, ਨਵੀਂ ਐਪਲੀਕੇਸ਼ਨ ਲਾਉਣੀ ਪਵੇਗੀ, ਸਾਨੂੰ ਰੀ ਅਪਲਾਈ ਕਰਨਾ ਪਵੇਗਾ. ਜਸਟ ਰੀ ਅਪਲਾਈ. ਯੈਸ. ਤੇ ਉਹ ਕਹਿੰਦੇ ਇਫ ਆਈ ਅਪਲਾਈ ਅਗੇਨ ਡੂ ਆਈ ਹੈਵ ਟੂ ਪੇ
Yes. permanent residence fees again. Oh, I see. Sorry, immigrant visa. Is it saying PR application? ਹਾਂਜੀ Okay. So yeah, same advice. ਤੁਸੀਂ ਨਵਾਂ application PR ਦਾ ਲਾਣਾ ਪਊਗਾ, and yes, you will have to pay the fees again. ਫੀਸ ਵੀ ਦੁਬਾਰਾ ਦੇਣੀ ਪਏਗੀ. Yeah, and I'll tell you this. Honestly, it's a red flag already. ਮੈਨੂੰ ਮੇਰੇ ਦਿਮਾਗ ਵਿੱਚ ਹਜੇ ਇਹ ਸੋਚ ਹੈਗੀ ਕਿ ਤੁਸੀਂ ਤੁਹਾਡੇ spouse ਕਿਉਂ ਨਹੀਂ ਆਏ ਸੀ. Yes. Like immigration definitely ਸੋਚਾਂਗੇ ਕਿ ਕਿਉਂਕਿ ਉਹ ਕਾਫੀ ਟਾਈਮ ਵੀ ਦਿੰਦੇ ਨੇ, ਤੁਸੀਂ ਆ ਜਾਓ. ਜੇ ਨਹੀਂ ਆਏ ਉਹ ਸੋਚਾਂਗੇ ਕਿ ਕੋਈ ਸੋ ਰੈਡ ਫਲੈਗ ਇਹਦੇ ਵਿੱਚ ਹੋ ਗਿਆ. ਝਗੜਾ ਲੜਾਈ ਇਹ ਸੱਚੀ ਮੈਰਿਜ ਹੈਗੀ ਆ, ਇਹਦੇ ਵਿੱਚ ਕੀ ਇਸ਼ੂਜ਼ ਹੈਗੇ ਨੇ. So you need to be ready to explain why. ਜੀ ਬਹੁਤ ਮਿਹਰਬਾਨੀ ਜਤਨ ਜੀ, ਅੱਜ ਦੀਆਂ ਗੱਲਾਂ ਇੰਨੀਆਂ ਹੀ. ਤੁਹਾਡਾ ਬਹੁਤ ਬਹੁਤ ਧੰਨਵਾਦ. Thank you again. ਤੇ ਤੁਸੀਂ ਆਪਣਾ ਕੰਟੈਕਟ ਇਨਫੋਰਮੇਸ਼ਨ ਦੇ ਦਿਓ ਸਾਨੂੰ. Yeah, ਜੇ ਤੁਸੀਂ especially parent grandparent applications ਜਾਂ ਕੋਈ appeals deportations ਦਾ ਮਾਮਲਾ ਤੁਸੀਂ ਕੋਈ advice ਲੈਣਾ ਚਾਹੁੰਦੇ ਨੇ, you can call us anytime 403-216-1199 403-216-1199 and ਕੋਈ ਵੀ social media account ਤੁਸੀਂ ਸ਼ੋਰੀ ਲਾਅ ਲੱਭ ਲਓ, ਅਸੀਂ ਹੈਗੇ ਨੇ, ਤੁਸੀਂ ਦੇਖ ਸਕਦੇ. ਸ਼ੋਰੀ ਲਾਅ ਤੇ ਯੈਸ. ਬਹੁਤ you. ਸ਼ੁਕਰੀਆ. ਥੈਂਕ ਯੂ ਜਤਨ ਜੀ. Of course. ਬਹੁਤ ਮਿਹਰਬਾਨੀ. Thank you. ਥੈਂਕ ਯੂ.